ਤੁਹਾਡਾ ਸਭ ਦਾ ਸਵਾਗਤ। ਤੁਸੀਂ ਦੇਖ ਰਹੇ ਹੋ ਪੀਟੀਵੀ ਇੰਡੀਆ। ਮੈਂ ਹਾਂ ਮਦਨਦੀਪ। ਮੇਰੇ ਨਾਲ ਨੇ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ, ਐਗਜ਼ਿਟ ਪੋਲ ਆ ਗਏ ਹੈ, ਯਾਨੀ ਕਿ ਟੈਲੀਵਿਜ਼ਨਾਂ ਦੇ ਉੱਤੇ ਹਰੇਕ ਇਲੈਕਸ਼ਨ ਦੇ ਵਿੱਚ ਇਸ ਤਰ੍ਹਾਂ ਦੇ ਸਰਵੇ ਕਰਾ ਕੇ ਪਹਿਲਾਂ ਨਤੀਜਾ ਦੱਸਣ ਵਾਲਿਆਂ ਨੇ ਆਪਣੇ ਨਤੀਜੇ ਦੱਸ ਦਿੱਤੇ ਹੈ। ਨਤੀਜੇ ਅਜੇ ਦੱਸੇ ਹੈ ਕਿ ਵੱਡੀਆਂ ਰਵਾਇਤੀ ਪਾਰਟੀਆਂ ਦੇ ਵੱਡੇ ਲੀਡਰ ਸ਼ਾਇਦ ਬੇਚੈਨ ਹੋ ਗਏ ਹੋਣਗੇ। ਹਾਲਾਂਕਿ ਜਿਨ੍ਹਾਂ ਪਾਰਟੀਆਂ ਬਾਰੇ ਇਹ ਦੱਸਿਆ ਗਿਆ ਹੈ ਕਿ ਉਹਨਾਂ ਨੂੰ ਬਹੁਤ ਘੱਟ ਸੀਟਾਂ ਆ ਰਹੀਆਂ, ਉਹਨਾਂ ਦੇ ਲੀਡਰ ਮੰਨਣ ਨੂੰ ਤਿਆਰ ਨਹੀਂ ਹੈਗੇ। ਨਾ ਮੰਨਣ ਦੇ ਪਿੱਛੇ ਕਾਰਨ ਤੁਸੀਂ ਦੱਸੋਗੇ ਕੀ ਕਾਰਨ ਹੋ ਸਕਦੇ ਆ। ਔਰ ਜਿਨ੍ਹਾਂ ਦੀ ਯਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣਾਈ ਜਾ ਰਹੀ ਹੈ, ਆਮ ਆਦਮੀ ਪਾਰਟੀ ਦੇ ਆਗੂ ਕੁਦਰਤੀ ਹੈ ਖੁਸ਼ ਹੋਣਗੇ। ਤੁਸੀਂ ਇਹਨਾਂ ਨਤੀਜਿਆਂ ਨਾਲ ਇਤਫਾਕ ਰੱਖਦੇ ਹੋ ਕਿ ਨਹੀਂ ਮਨਪ੍ਰੀਤ ਜੀ? ਦੇਖੋ ਮਦਨਦੀਪ ਜੀ, ਸਭ ਤੋਂ ਪਹਿਲਾਂ ਜਿਹੜੀ ਗੱਲ ਆ ਕਿ ਇਹ ਜਿਹੜੇ ਐਗਜ਼ਿਟ ਪੋਲਸ ਆਉਂਦੇ ਨੇ ਹਮੇਸ਼ਾ ਇਹਨਾਂ ਦੀ ਕ੍ਰੈਡੀਬਿਲਿਟੀ ਕਿੰਨੀ ਹੈ, ਇਹਨਾਂ ਦੀ ਭਰੋਸੇਯੋਗਤਾ ਕਿੰਨੀ ਹੈ। ਮੈਨੂੰ ਲੱਗਦਾ ਇਹਨਾਂ ਦੀ ਭਰੋਸੇਯੋਗਤਾ ਨਾ ਦੇ ਬਰਾਬਰ, ਔਰ ਇਸ ਲਈ ਆਪਾਂ ਨੂੰ ਇਹਨਾਂ ਦਾ ਪਿਛੋਕੜ ਦੇਖਣਾ ਪਊਗਾ। ਸਭ ਤੋਂ ਪਹਿਲਾਂ ਜੇ ਤੁਸੀਂ ਪੰਜਾਬ ਦੀ ਗੱਲ ਕਰੋ ਤੇ ਪੰਜਾਬ ਦੇ ਵਿੱਚ ਇਹ ਜਿਹੜੇ ਹੁਣ ਏਜੰਸੀਆਂ ਦੇ ਆਏ ਆ, ਉਸ ਤੇ ਤਾਂ ਆਪਾਂ ਬਾਅਦ ਚ ਜਾਵਾਂਗੇ। ਜਿਹੜੇ ਹੁਣ ਕੀਤੇ ਆ, ਤੁਸੀਂ ਸਨ 2017 ਦੇ ਵਿੱਚ ਦੇਖੋ ਜੀ, ਸੀ ਵੋਟਰ ਨੇ ਇਸੇ ਆਮ ਆਦਮੀ ਪਾਰਟੀ ਨੂੰ 59 ਤੋਂ 67 ਸੀਟਾਂ ਦਿੱਤੀਆਂ ਸੀ। ਯਾਨੀ ਕਿ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਸਨ 2017 ਦੇ ਵਿੱਚ ਉਹਨਾਂ ਨੇ ਸਰਕਾਰ ਬਣਦੀ ਹੋਈ ਦਿਖਾਈ ਸੀ। ਐਗਜ਼ਿਟ ਪੋਲ ਦੇ ਵਿੱਚ ਸੀ ਵੋਟਰ ਨੇ, ਇੰਡੀਆ ਟੂਡੇ ਨੇ ਇੱਕ ਸਰਵੇ ਕੀਤਾ ਔਰ ਉਸ ਦੇ ਵਿੱਚ ਉਹਨਾਂ ਨੇ 42 ਤੋਂ ਲੈ ਕੇ 51 ਸੀਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਸੀ। ਆਪਾਂ ਨੂੰ ਨਤੀਜਿਆਂ ਨੂੰ ਸਾਰਾ ਪਤਾ ਕਿ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਕਿੰਨੀਆਂ ਸੀਟਾਂ ਆਈਆਂ। ਬਿਲਕੁਲ ਇਸੇ ਤਰ੍ਹਾਂ ਦੇ ਸਰਵੇ ਮਨੀਪੁਰ, ਗੋਆ ਦੇ ਵਿੱਚ। ਹੁਣ ਮੈਂ ਕਿਉਂ ਮਨੀਪੁਰ ਦਾ ਕਿਉਂ ਜ਼ਿਕਰ ਕਰ ਰਿਹਾ, ਇਸ ਤੋਂ ਬਾਅਦ ਮੈਂ ਯੂਪੀ ਤੇ ਵੀ ਆਊਂਗਾ ਜੀ। ਮਨੀਪੁਰ ਦੇ ਵਿੱਚ ਕੇਵਲ 60 ਸੀਟਾਂ ਨੇ ਤੇ ਗੋਆ ਦੇ ਵਿੱਚ ਕੇਵਲ 40 ਸੀਟਾਂ ਨੇ। ਗੋਆ ਤੇ ਮਨੀਪੁਰ ਦੇ ਵਿੱਚ ਵੀ ਤੁਸੀਂ ਦੇਖੋ, ਇਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਉੱਥੇ ਲੀਡ ਕਰਦੇ ਹੋਏ ਦਿਖਾਇਆ ਕਿ ਭਾਰਤੀ ਜਨਤਾ ਪਾਰਟੀ ਸਿੰਗਲ ਲਾਰਜੈਸਟ ਪਾਰਟੀ ਬਣ ਕੇ ਉਭਰੂਗੀ। ਹੋਇਆ ਇਸ ਤੋਂ ਬਿਲਕੁਲ ਉਲਟ। ਉੱਥੇ ਕਾਂਗਰਸ ਗੋਆ ਦੇ ਵਿੱਚ ਵੀ ਤੇ ਮਨੀਪੁਰ ਦੇ ਵਿੱਚ ਵੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰਦੀ ਹੈ। ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਸਰਕਾਰ ਬਾਅਦ ਦੇ ਵਿੱਚ ਜੋੜ ਤੋੜ ਕਰਕੇ ਭਾਰਤੀ ਜਨਤਾ ਪਾਰਟੀ ਨੇ ਬਣਾ ਲਈ ਸੀ। ਹੁਣ ਹੋਣੇ ਆ, ਤੁਸੀਂ ਦੇਖੋ ਜੇ ਇਹ ਛੋਟੀਆਂ ਸਟੇਟਸ ਦੇ ਵਿੱਚ ਵੀ ਇਹ ਜਿਹੜੇ ਸਰਵੇ ਨੇ ਇਹ ਫੇਲ ਹੋ ਜਾਂਦੇ ਨੇ, ਇਹ ਜਿਹੜੀਆਂ ਏਜੰਸੀਆਂ ਇੰਨਾ ਪੈਸਾ ਖਰਚ ਕਰਦੀਆਂ ਇਹ ਫੇਲ ਹੋ ਜਾਂਦੀਆਂ ਨੇ, ਤੇ ਇਹਦਾ ਕੀ ਕਾਰਨ ਆ? ਹੁਣ ਮੈਂ ਤੁਹਾਨੂੰ ਸਨ 2017 ਦੇ ਵਿੱਚ ਯੂਪੀ ਦਾ ਵੀ ਦੱਸਦਾ। ਸਨ 2017 ਦੇ ਜਿਹੜੇ ਐਗਜ਼ਿਟ ਪੋਲਸ ਆਏ ਸੀ ਉਹ ਚ CNN IBN ਕਹਿੰਦੇ ਆ, ਇਹਨਾਂ ਨੇ ਜਿਹੜਾ ਆਪਣਾ ਅੰਕੜਾ ਦਿੱਤਾ ਸੀ ਉਹ ਕਹਿੰਦੇ 185 ਸੀਟਾਂ ਮਿਲਣਗੀਆਂ ਭਾਰਤੀ ਜਨਤਾ ਪਾਰਟੀ ਨੂੰ। ਇਸੇ ਤਰ੍ਹਾਂ ਤੁਹਾਨੂੰ ਯਾਦ ਹੋਣਾ ਸਮਾਜਵਾਦੀ ਪਾਰਟੀ ਤੇ ਕਾਂਗਰਸ ਪਾਰਟੀ ਦਾ ਆਪਸ ਦੇ ਵਿੱਚ ਗੱਠਜੋੜ ਸੀ ਤੇ ਉਹ ਕਹਿੰਦੇ ਇਹਨਾਂ ਨੂੰ 120 ਸੀਟਾਂ ਮਿਲਣਗੀਆਂ ਤੇ ਬਹੁਜਨ ਸਮਾਜ ਪਾਰਟੀ ਨੂੰ 90 ਸੀਟਾਂ ਮਿਲਣਗੀਆਂ। ਟਾਈਮਜ਼ ਨਾਓ ਵੀ ਲਗਭਗ ਇਸੇ ਤਰ੍ਹਾਂ ਦਾ। ਟਾਈਮਜ਼ ਨਾਓ ਨੇ ਤਾਂ ਸਮਾਜਵਾਦੀ ਤੇ ਕਾਂਗਰਸ ਪਾਰਟੀ ਨੂੰ 110 130 ਤੇ ਬੀਜੇਪੀ ਨੂੰ 190 210 ਸੀਟਾਂ ਦਿੱਤੀਆਂ। ਔਰ ABP ਜਿਹੜਾ ਆਨੰਦ ਬਾਜ਼ਾਰ ਪੱਤਰਿਕਾ ਦਾ ਚੈਨਲ ਆ, ਉਹਨਾਂ ਨੇ ਸਮਾਜਵਾਦੀ ਕਾਂਗਰਸ ਦਾ ਜਿਹੜਾ ਗੱਠਜੋੜ ਸੀ ਉਹਨਾਂ ਨੂੰ ਬੀਜੇਪੀ ਦੇ ਨਾਲ ਪੂਰੀ ਲੜਾਈ ਲੜਦੇ ਹੋਏ ਦਿਖਾਇਆ। ਉਹ ਕਹਿੰਦੇ ਬਹੁਤ ਡਾਇਰੈਕਟ ਲੜਾਈ ਹੈ, ਬੜੀ ਤਿੱਖੀ ਲੜਾਈ ਹੈ, ਬੜੀ ਕਲੋਜ਼ ਲੜਾਈ ਆ। ਜਿਹੜਾ ਸਮਾਜਵਾਦੀ ਪਾਰਟੀ ਦਾ ਸੀਗਾ ਉਹਨੂੰ 169 ਸੀਟਾਂ ਤੇ ਬੀਜੇਪੀ ਨੂੰ 176 ਸੀਟਾਂ ਦੇ ਕਰੀਬ ਉਹਨਾਂ ਨੇ ਦਿਖਾਇਆ। ਯਾਨੀ ਕਿ ਔਰ ਬਾਅਦ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਨਤੀਜੇ, ਬਹੁਜਨ ਸਮਾਜ ਪਾਰਟੀ ਨੂੰ 19 ਤੋਂ ਵੱਧ ਸੀਟਾਂ ਨਹੀਂ ਆਈਆਂ, 19 ਸੀਟਾਂ ਆਈਆਂ। ਔਰ ਤੁਸੀਂ ਦੇਖੋ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਬੜੀ ਵੱਡੇ ਬਹੁਮਤ ਨਾਲ ਉੱਥੇ ਸਰਕਾਰ ਬਣਾਈ ਸੀ, 300 ਤੋਂ ਵੱਧ ਸੀਟਾਂ ਲੈ ਕੇ ਗਈ ਸੀ। ਲੇਕਿਨ ਇਸ ਰਿਜ਼ਲਟ ਦੇ ਵਿੱਚ ਕਿਤੇ ਵਿੱਚ ਕਿਸੇ ਨੇ ਨਹੀਂ ਦਿਖਾਇਆ ਔਰ ਸਮਾਜਵਾਦੀ ਪਾਰਟੀ ਜਿਹੜੀ ਸੀ ਉਹ 47 ਸੀਟਾਂ ਤੇ ਸਿਮਟ ਕੇ ਰਹਿ ਗਈ ਸੀ। ਮੈਂ ਇਹ ਦੱਸਣਾ ਚਾਹੁੰਦਾ, ਦੇਖੋ ਜਿਹੜੇ ਨਤੀਜੇ ਆਏ ਆ, ਅੱਜ ਚਾਣਕਿਆ ਗੱਲ ਕਰਦਾ ਵੀ 100 ਸੀਟਾਂ ਆ ਜਾਣਗੀਆਂ, ਕੋਈ ਗੱਲ ਕਰਦਾ ਸੀ ਵੋਟਰ ਕਹਿੰਦਾ ਕਿ ਸਰਕਾਰ ਬਣਾ ਰਹੀ ਆ 75, ਕੋਈ 90 ਸੀਟਾਂ ਦੀ ਗੱਲ ਕਰ ਰਿਹਾ। ਮੈਂ ਮਦਨਦੀਪ ਜੀ ਇਹ ਗੱਲ ਕਹਿਣਾ ਚਾਹੁੰਦਾ ਕਿ ਬਹੁਤ ਚੰਗੀ ਗੱਲ ਹੋਊਗੀ ਪੰਜਾਬ ਦੇ ਲਈ ਕਿ ਜੇ ਪੰਜਾਬ ਨੂੰ ਬਹੁਮਤ ਦੀ ਸਰਕਾਰ ਮਿਲਦੀ ਆ। ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫ੍ਰੈਕਚਰਡ ਮੈਂਡੇਟ ਨਹੀਂ ਆਉਂਦਾ, ਇਹ ਬਹੁਤ ਚੰਗੀ ਗੱਲ ਹੋਊਗੀ। ਕੋਈ ਇੱਥੇ ਹਾਰਸ ਟ੍ਰੇਡਿੰਗ ਨਹੀਂ ਚੱਲੂਗੀ,
ਕਿਸੇ ਦੇ ਖਰੀਦੋ ਫਰੋਖਤ ਨਹੀਂ ਹੋਊਗੀ, ਕਿਸੇ ਦੇ MLA ਨੂੰ ਕੋਈ ਹੱਥ ਨਹੀਂ ਪਾਊਗਾ, ਕੋਈ ਡੋਰੇ ਨਹੀਂ ਪਾਊਗਾ। ਇਹ ਤਾਂ ਬਹੁਤ ਵਧੀਆ ਗੱਲ ਆ, ਲੇਕਿਨ ਕੀ ਇਸ ਤਰ੍ਹਾਂ ਹੋਊਗਾ? ਸਭ ਤੋਂ ਵੱਡਾ ਸਵਾਲ ਤਾਂ ਇਸ ਤੇ ਖੜਾ ਹੁੰਦਾ। ਮੈਂ ਤੁਹਾਨੂੰ ਇਸ ਕਰਕੇ ਦੱਸ ਰਿਹਾ ਕਿ ਇਹੀ ਜਿਹੜਾ ਚਾਣਕਿਆ ਅੱਜ 100 ਸੀਟਾਂ ਦੱਸ ਰਿਹਾ। ਮੈਂ ਤੁਹਾਨੂੰ ਇੱਕ ਪੁਰਾਣੀ ਐਗਜ਼ਾਮਪਲ ਦੇਣਾ ਚਾਹੁੰਦਾ, ਸਨ 2015 ਦੇ ਵਿੱਚ। ਮਦਨਦੀਪ ਜੀ, ਇਹ ਤਾਂ ਆਪਾਂ ਐਗਜ਼ਿਟ ਪੋਲ ਦੀ ਗੱਲ ਕਰ ਰਹੇ ਹਾਂ ਨਾ, ਇਹ ਆਪਾਂ ਗੱਲ ਕਰਦੇ ਓਪੀਨੀਅਨ ਪੋਲ ਤੋਂ ਬਾਅਦ। ਐਗਜ਼ਿਟ ਪੋਲ ਕਹਿੰਦੇ ਆਮ ਤੌਰ ਤੇ ਠੀਕ ਹੁੰਦੇ ਨੇ, ਸੱਚਾਈ ਦੇ ਜ਼ਿਆਦਾ ਨੇੜੇ ਹੁੰਦੇ ਨੇ। ਦਰਅਸਲ ਇਹ ਉਹ ਪੋਲ ਹੁੰਦੇ ਨੇ ਜਦੋਂ ਵੋਟਰ ਬਾਹਰ ਨਿਕਲਦੇ ਨੇ ਵੋਟਾਂ ਪਾ ਕੇ, ਤੇ ਉਸ ਟਾਈਮ ਇਹ ਏਜੰਸੀਆਂ ਉਹਨਾਂ ਤੋਂ ਪੁੱਛਦੀਆਂ ਨੇ ਕਿ ਦੱਸੋ ਤੁਸੀਂ ਕਿਹਨੂੰ ਵੋਟ ਪਾਈ, ਤੇ ਉਸ ਦੇ ਆਧਾਰ ਤੇ ਇਹ ਆਪਣੇ ਅੰਕੜੇ ਬਣਾਉਂਦੇ ਆ। 2015 ਦੇ ਵਿੱਚ ਬਿਹਾਰ ਦੇ ਵਿੱਚ ਚੋਣ ਹੋ ਗਈ ਸੀ, ਔਰ ਉਸ ਟਾਈਮ ਨਿਤੀਸ਼ ਕੁਮਾਰ, ਲਾਲੂ ਪ੍ਰਸਾਦ ਯਾਦਵ ਉਹਨਾਂ ਦੀ ਜਿਹੜੀ RJD ਆ, ਰਾਸ਼ਟਰੀ ਜਨਤਾ ਦਲ ਦੇ ਨਾਲ ਰਲ ਕੇ ਜਿਹੜੀ ਆ ਉਹ ਉੱਥੇ ਚੋਣ ਲੜ ਰਹੇ ਸੀ, ਤੇ ਉਹਨਾਂ ਦੇ ਵਿਰੋਧੀ BJP ਸੀ, ਭਾਰਤੀ ਜਨਤਾ ਪਾਰਟੀ ਦੀ ਜਿਹੜੀ ਉਹ ਪਾਰਟੀ ਅਲੱਗ ਚੋਣ ਲੜ ਰਹੀ ਸੀ। ਸਾਰੇ ਓਪੀਨੀਅਨ ਪੋਲ, ਸਾਰੇ ਐਗਜ਼ਿਟ ਪੋਲ ਇਹ ਦਿਖਾ ਰਹੇ ਸੀ ਕਿ ਭਾਰਤੀ ਜਨਤਾ ਪਾਰਟੀ ਦੀ ਉੱਥੇ ਸਰਕਾਰ ਬਣੂਗੀ। ਤੇ ਜਿਸ ਦਿਨ ਨਤੀਜੇ ਆਉਣੇ ਸ਼ੁਰੂ ਹੋਏ, ਤੁਸੀਂ ਦੇਖੋ NDTV ਜਿਹਦੀ ਬਹੁਤ ਭਰੋਸੇਯੋਗਤਾ, ਜਿਹਦੀ ਬਹੁਤ ਕ੍ਰੈਡੀਬਿਲਿਟੀ ਆ, ਔਰ ਖਾਸ ਤੌਰ ਤੇ ਜਿਹੜੇ ਉਹਨਾਂ ਦੇ ਓਨਰ ਨੇ ਪ੍ਰਣਵ ਰਾਏ, ਉਹਨਾਂ ਦਾ ਤਾਂ ਬੜਾ ਪੁਰਾਣਾ ਇੱਕ ਕ੍ਰੈਡੀਬਲ ਇਤਿਹਾਸ ਆ। ਉਹ ਉਸ ਦਿਨ ਟੀਵੀ ਤੇ ਬੈਠੇ ਸੀ, ਨਾਲ ਉਹਨਾਂ ਦੇ ਇੱਕ ਹੋਰ ਸੀਨੀਅਰ ਪੱਤਰਕਾਰ, ਤੁਹਾਨੂੰ ਪਤਾ ਹੀ ਹੈ, ਸ਼ੇਖਰ ਗੁਪਤਾ ਬੈਠੇ ਸੀ ਜੀ। ਨਤੀਜੇ ਆਉਣੇ ਸ਼ੁਰੂ ਹੋ ਗਏ, ਹਜੇ ਨਤੀਜੇ ਥੋੜੇ ਜਿਹੇ ਆਏ ਸੀ, ਤੇ NDTV ਨੇ ਡਿਕਲੇਅਰ ਕਰਤਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਗਈ ਆ, ਬਣਾਉਣ ਜਾ ਰਹੀ ਆ। ਉਹਨਾਂ ਨੇ ਅਨਾਉਂਸ ਨਹੀਂ ਕਰਤਾ। ਬਾਅਦ ਦੇ ਵਿੱਚ ਉਹ ਨਤੀਜੇ ਸਾਰੇ ਉਲਟ ਹੋ ਗਏ, ਔਰ ਪਤਾ ਲੱਗਾ ਕਿ ਉੱਥੇ ਨਿਤੀਸ਼ ਕੁਮਾਰ ਤੇ RJD ਯਾਨੀ ਕਿ ਲਾਲੂ ਪ੍ਰਸਾਦ ਯਾਦਵ ਉਹਨਾਂ ਦੀ ਪਾਰਟੀ ਨੇ ਬਹੁਮਤ ਪ੍ਰਾਪਤ ਕੀਤਾ ਜੀ। ਇਸ ਤੋਂ ਬਾਅਦ NDTV ਦੇ ਪ੍ਰਣਵ ਰਾਏ ਨੇ ਮਾਫੀ ਮੰਗੀ, ਇਹ ਵੀ ਸਾਨੂੰ ਪਤਾ ਹੈ, ਔਰ ਇਹ ਗੱਲ ਕਹੀ ਕਿ ਸਾਡੇ ਕੋਲੇ ਡਾਟਾ ਗਲਤ ਆ ਗਿਆ ਸੀ। ਸੋ ਜਦੋਂ ਇੰਨਾ ਵੱਡਾ, ਜਿਹੜੇ ਇੰਨੇ ਕ੍ਰੈਡੀਬਿਲਿਟੀ ਵਾਲੇ ਚੈਨਲਸ ਨੇ ਜੋ ਇਦਾਂ ਦੀ ਕੁਤਾਹੀ ਕਰ ਦਿੰਦੇ ਨੇ। ਇਸ ਤੋਂ ਇਲਾਵਾ ਵੀ ਮੈਂ ਤੁਹਾਨੂੰ ਦੱਸਦਾ, ਚਾਣਕਿਆ ਜਿਹੜਾ 100 ਸੀਟਾਂ ਦੇ ਰਿਹਾ ਅੱਜ, ਇਹਨਾਂ ਨੇ ਵੀ ਉਸ ਸਨ 2015 ਦੇ ਵਿੱਚ ਮਾਫੀ ਮੰਗੀ ਸੀ। ਔਰ ਇਸ ਤੋਂ ਇਲਾਵਾ ਤੁਹਾਨੂੰ ਮੈਂ ਇੱਕ ਹੋਰ ਐਗਜ਼ਾਮਪਲ ਦੇਣਾ ਚਾਹੁੰਦਾ। ਮੈਂ ਥੋੜਾ ਜਿਹਾ ਵਕਤ ਜ਼ਰੂਰ ਲੈ ਰਿਹਾ ਕਿਉਂਕਿ ਆਪਾਂ ਐਗਜ਼ਿਟ ਪੋਲਸ ਤੇ ਗੱਲ ਕਰ ਰਹੇ ਹਾਂ। ਵੈਸਟ ਬੰਗਾਲ ਦੀ ਤੁਸੀਂ ਗੱਲ ਕਰੋ। ਵੈਸਟ ਬੰਗਾਲ ਦੇ ਵਿੱਚ ਜਿਹੜੀਆਂ ਪਿਛਲੇ ਸਾਲ ਚੋਣਾਂ ਹੋਈਆਂ, ਉਹਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਨੂੰ ਤ੍ਰਿਣਮੂਲ ਕਾਂਗਰਸ ਦੇ ਨਾਲ ਲਗਾਤਾਰ ਲੜਾਈ ਦੇ ਵਿੱਚ ਦਿਖਾਇਆ ਗਿਆ। ਇਹ ਕਿਹਾ ਗਿਆ ਕਿ ਆਪਸ ਦੇ ਵਿੱਚ ਬਹੁਤ ਕਾਂਟੇ ਦੀ ਟੱਕਰ ਆ, ਤੇ ਦੋਨਾਂ ਦੇ ਵਿੱਚ ਕੋਈ ਵੀ ਸਰਕਾਰ ਬਣਾ ਸਕਦਾ। ਕਿਸੇ ਨੇ ਵੀ 200 ਤੋਂ ਵੱਧ ਸੀਟਾਂ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੂੰ ਨਹੀਂ ਸੀ ਦਿੱਤੀਆਂ। ਕੀ ਕਿਸੇ ਨੇ ਪ੍ਰੈਡਿਕਟ ਕੀਤਾ ਸੀ? ਸੋ ਮੇਰਾ ਇਹ ਸਾਰੀਆਂ ਗੱਲਾਂ ਦਾ ਕਹਿਣ ਦਾ ਮਤਲਬ ਆ ਕਿ ਸ਼ਾਇਦ ਕਿਤੇ ਨਾ ਕਿਤੇ ਇਹ ਜਾਣਬੁੱਝ ਕੇ ਕੀਤਾ ਜਾ ਰਿਹਾ, ਔਰ ਮੈਂ ਚਾਹੁੰਦਾ ਕਿ ਇਸ ਵਾਰੀ ਜਿਹੜੇ ਇਹ ਐਗਜ਼ਿਟ ਪੋਲਸ ਨੇ ਉਹ ਠੀਕ ਸਾਬਤ ਹੋਣ। ਘੱਟੋ ਘੱਟ ਇਹਨਾਂ ਦੀ ਭਰੋਸੇਯੋਗਤਾ ਬਣੇ, ਇਹਨਾਂ ਦੀ ਕ੍ਰੈਡੀਬਿਲਿਟੀ ਬਣੇ, ਨਹੀਂ ਤਾਂ ਇਹ ਮਿਸਲੀਡ ਕਰਦੇ। ਇੱਕ ਹੋਰ ਸਵਾਲ ਵੱਡਾ ਪੈਦਾ ਹੁੰਦਾ, ਜੇ ਤੁਸੀਂ ਇਜਾਜ਼ਤ ਦਿਓ, ਕਿ ਜੇ ਸਾਰਾ ਕੁਝ ਨਹੀਂ ਠੀਕ ਹੁੰਦਾ, ਇਹ ਫਾਇਦਾ ਕਿਸ ਨੂੰ ਕਰਦਾ? ਲੋਕ ਅਕਸਰ ਇਹ ਸਵਾਲ ਪੁੱਛਦੇ ਨੇ ਇਹ ਬਹੁਤ, ਮੈਂ ਵੀ ਇਹੀ ਸਵਾਲ ਪੁੱਛਣਾ ਸੀ ਤੁਹਾਡੇ ਤੋਂ ਜੀ। ਲੋਕ ਪੁੱਛਦੇ ਨੇ ਕਿ ਚਲੋ ਓਪੀਨੀਅਨ ਪੋਲਸ ਤਾਂ ਦੇਖੋ ਮਦਨਦੀਪ ਜੀ ਹੋਏ ਕਿ ਕਿਸੇ ਨਾ ਕਿਸੇ ਦੀ ਹਵਾ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ, ਪਰ ਐਗਜ਼ਿਟ ਪੋਲ ਦਾ ਕੀ ਫਾਇਦਾ ਹੁੰਦਾ? ਐਗਜ਼ਿਟ ਪੋਲਸ ਤਾਂ ਆਮ ਤੌਰ ਤੇ ਜਿਹੜੇ ਏਜੰਸੀਆਂ ਨੇ ਉਹ ਸੱਚਾਈ ਹੀ ਦੱਸਣਗੀਆਂ, ਲੇਕਿਨ ਇਹਦੇ ਪਿੱਛੇ ਵੀ ਪਤਾ ਲੱਗਾ ਕਿ ਬਹੁਤ ਵੱਡੀ ਖੇਡ ਆ। ਇੱਕ ਤਾਂ ਦੇਖੋ ਤੁਸੀਂ ਮਦਨਦੀਪ ਜੀ, ਇਹ ਪਤਾ ਲੱਗਿਆ ਕਿ ਹਜ਼ਾਰਾਂ ਕਰੋੜਾਂ ਦਾ ਇਹ ਸੱਟਾ ਹੁੰਦਾ, ਜਿਹੜਾ ਕਿ ਗੈਰ ਕਾਨੂੰਨੀ ਚੀਜ਼ ਆ। ਸੱਟਾ ਬਾਜ਼ਾਰ ਚੱਲਦਾ। ਆਪਾਂ ਨੂੰ ਪਤਾ, ਦੋ ਵੱਡੀਆਂ ਖੇਡਾਂ ਇੰਡੀਆ ਦੇ ਵਿੱਚ ਖੇਡੀਆਂ ਜਾਂਦੀਆਂ। ਇੱਕ ਤਾਂ ਕ੍ਰਿਕਟ ਦੇ ਉੱਤੇ ਬਹੁਤ ਸੱਟਾ ਲੱਗਦਾ, ਇਹ ਜਾਣਕਾਰੀ ਹੈ, ਤੇ ਦੂਸਰੀ ਜਾਣਕਾਰੀ ਹੈ ਕਿ ਇਲੈਕਸ਼ਨਾਂ ਦੇ ਦੌਰਾਨ ਸੱਟਾ ਬਹੁਤ ਲੱਗਦਾ। ਤੇ ਇਹ ਜਿਹੜੇ ਸੱਟਾ ਹੁੰਦੇ ਆ, ਇਹ ਕਿਤੇ ਨਾ ਕਿਤੇ ਕਹਿੰਦੇ ਆ ਕਿ ਏਜੰਸੀਆਂ ਵੀ ਇਹਨਾਂ ਦੇ ਨਾਲ, ਸ਼ਾਇਦ ਇਹਨਾਂ ਦਾ ਕੋਈ ਗੱਠਜੋੜ ਹੋ ਸਕਦਾ, ਇਨਵੈਸਟਮੈਂਟ ਹੋ ਸਕਦੀ ਹੈ ਜੀ। ਦੂਸਰੀ ਗੱਲ ਇਹ ਕਹੀ ਜਾਂਦੀ ਹੈ ਕਿ ਜਦੋਂ ਇਹ ਏਜੰਸੀਆਂ ਕਿਸੇ ਪਾਰਟੀ ਦੇ ਨਾਲ ਗੱਠਜੋੜ ਕਰਦੀਆਂ ਜਾਂ ਆਪਸ ਦੇ ਵਿੱਚ ਪੈਕੇਜ ਤੈਅ ਕਰਦੀਆਂ, ਇਹ ਵੀ ਪਤਾ ਲੱਗਾ ਕਿ ਉਹਨਾਂ ਨੂੰ ਓਪੀਨੀਅਨ ਪੋਲ ਤੋਂ ਲੈ ਕੇ ਐਗਜ਼ਿਟ ਪੋਲਸ ਤੱਕ ਸਾਰਾ ਹੁੰਦਾ ਕਿ ਤੁਸੀਂ ਐਂਡ ਤੱਕ ਸਾਨੂੰ ਦਿਖਾਓਗੇ, ਐਂਡ ਤੱਕ ਸਾਡੀ ਤੁਸੀਂ ਹਵਾ ਬਣਾਓਗੇ। ਉਹਦੇ ਵਿੱਚ ਵੀ ਕਰੋੜਾਂ ਰੁਪਏ ਜਾਂਦੇ ਨੇ। ਤੀਸਰੀ ਗੱਲ ਇਹਦੇ ਚ ਇਹ ਆਉਂਦੀ ਹੈ ਮਦਨਦੀਪ ਜੀ, ਕਿ ਕਈ ਵਾਰੀ ਤੁਸੀਂ ਵਿਰੋਧੀਆਂ ਦੇ ਖੇਮੇ ਦੇ ਵਿੱਚ, ਜਿਹੜੇ ਵਿਰੋਧੀ ਪਾਰਟੀਆਂ ਹੁੰਦੇ ਆ, ਉਹਨਾਂ ਨੂੰ ਨਿਰਾਸ਼ ਕਰਨਾ ਹੁੰਦਾ, ਉਹਨਾਂ ਨੂੰ ਕਿਤੇ ਨਾ ਕਿਤੇ ਮਾਯੂਸ ਕਰਨਾ ਹੁੰਦਾ, ਤਾਂ ਕਿ ਜਦੋਂ ਪੋਲਿੰਗ ਵਾਲਾ ਦਿਨ ਹੋਵੇ ਤੇ ਉਹਨਾਂ ਨੂੰ ਲੱਗੇ ਕਿ ਨਹੀਂ, ਸਾਡੀ ਸਰਕਾਰ ਤਾਂ ਨਹੀਂ ਬਣ ਰਹੀ, ਦੂਸਰੇ ਦੀ ਸਰਕਾਰ ਬਣ ਰਹੀ ਆ। ਇਹ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ
ਬਿਹਾਰ ਦੇ ਵਿੱਚ ਪਿਛਲੀ ਵਾਰੀ ਇਲੈਕਸ਼ਨ ਹੋਈ ਸੀ। ਆਮ ਤੌਰ ਤੇ ਇਹ ਕਿਹਾ ਜਾ ਰਿਹਾ ਸੀ ਕਿ ਆਰਜੇਡੀ ਦੇ ਜਿਹੜੇ ਤੇਜਸਵੀ ਯਾਦਵ ਨੇ, ਲਾਲੂ ਪ੍ਰਸਾਦ ਯਾਦਵ ਦੇ ਮੁੰਡੇ, ਉਹਨਾਂ ਦੀ ਬੜੀ ਹਵਾ ਚੱਲ ਰਹੀ ਆ। ਲੇਕਿਨ ਨਾਲ ਦੀ ਨਾਲ ਜਿਹੜੀ ਓਪੀਨੀਅਨ ਪੋਲ ਦਿਖਾ ਰਹੇ ਸੀ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ। ਹੁਣ ਜਦੋਂ ਉਹ ਡਿਕਲੇਅਰ ਹੋਈਆਂ, ਰਿਜ਼ਲਟ ਜਿਸ ਦਿਨ ਡਿਕਲੇਅਰ ਹੋਏ ਤੇ ਪਤਾ ਲੱਗਾ ਬਹੁਤ ਸਾਰੇ ਜਿਹੜੇ ਆਰਜੇਡੀ ਦੇ ਜਿਹੜੇ ਵਿਧਾਇਕ ਸੀ, ਉਮੀਦਵਾਰ ਸੀ, ਉਹ ਬਹੁਤ ਥੋੜ੍ਹੀਆਂ ਵੋਟਾਂ ਤੋਂ, ਕੋਈ 10 ਵੋਟਾਂ ਤੋਂ, ਕੋਈ 100 ਵੋਟਾਂ ਤੋਂ, ਕੋਈ 500 ਵੋਟਾਂ ਤੋਂ ਪਹਿਲਾਂ ਜਿੱਤਦਾ ਹੋਇਆ ਦਿਖਾਇਆ, ਫਿਰ ਉਹਨਾਂ ਨੂੰ ਹਾਰਦਾ ਹੋਇਆ ਦਿਖਾਤਾ, ਡਿਕਲੇਅਰ ਕਰਤਾ। ਉਹ ਕਹਿੰਦੇ ਤੁਹਾਡੇ ਜਿਹੜੇ ਬੈਲਟ ਪੇਪਰਸ ਆ, ਇਹ ਮੈਂ ਤੁਹਾਨੂੰ ਦੱਸਦਾ, ਆਮ ਤੌਰ ਤੇ ਜਦੋਂ ਬੈਲਟ ਪੇਪਰਸ ਦੀ ਗਿਣਤੀ ਹੁੰਦੀ ਆ, ਉਹ ਸ਼ੁਰੂ ਦੇ ਵਿੱਚ ਹੁੰਦੀ ਆ, ਲੇਕਿਨ ਉੱਥੇ ਬਿਹਾਰ ਦੇ ਵਿੱਚ ਬਾਅਦ ਦੇ ਵਿੱਚ ਕੀਤੀ ਗਈ ਸੀ, ਇਹ ਵੀ ਦੱਸਦਾ। ਔਰ ਉਹਦੇ ਵਿੱਚ ਜੋ ਆਰਜੇਡੀ ਨੇ ਦੋਸ਼ ਲਾਇਆ, ਰਾਸ਼ਟਰੀ ਜਨਤਾ ਦਲ ਨੇ, ਕਿ ਸ਼ਾਇਦ ਉਹਨਾਂ ਦੇ ਵਿੱਚ ਗੜਬੜੀ ਹੋਈ ਹੈ, ਤੇ ਉਹਨਾਂ ਨੇ ਇਸ ਨੂੰ ਕੋਰਟ ਦੇ ਵਿੱਚ ਚੈਲੰਜ ਵੀ ਕੀਤਾ ਹੋਇਆ, ਬਿਹਾਰ ਦੇ ਹਾਈ ਕੋਰਟ ਦੇ ਵਿੱਚ। ਸੋ ਕਹਿਣ ਦਾ ਮਤਲਬ ਸਾਰੀਆਂ ਚੀਜ਼ਾਂ, ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਵਿਰੋਧੀ ਧਿਰਾਂ ਦੇ ਵਿੱਚ ਜਾਂ ਉਹਨਾਂ ਦੇ ਖੇਮਿਆਂ ਦੇ ਵਿੱਚ ਮਾਯੂਸੀ ਪੈਦਾ ਕਰਨੀ, ਉਹਨਾਂ ਦੇ ਜਿਹੜੇ ਹੌਸਲੇ ਪਸਤ ਕਰਨੇ, ਤੇ ਫਿਰ ਅਫਸਰਾਂ ਦੀਆਂ ਲਾਈਨਾਂ। ਹੁਣ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ, ਜੋ ਹੋਰ ਗੱਲ ਆਈ ਆ, ਕਿ ਜਦੋਂ ਚੋਣਾਂ ਹੋ ਜਾਂਦੀਆਂ ਨੇ, ਚੋਣਾਂ ਤੋਂ ਬਾਅਦ ਸਾਰੇ ਰਿਜ਼ਲਟ ਪੇਟੀਆਂ 'ਚ ਬੰਦ ਹੋ ਜਾਂਦੇ ਨੇ, EVMs ਦੇ ਵਿੱਚ, ਉਸ ਟਾਈਮ ਵੀ ਗੱਠਜੋੜ ਚੱਲਦੇ ਰਹਿੰਦੇ ਨੇ। ਤੇ ਜਦੋਂ ਆਪਾਂ ਕੋਈ ਦੱਸਦੇ ਨੇ ਕਿ ਕਿਸ ਦੀ ਹਵਾ ਜਾਂ ਕਿਸ ਦੀ ਹਵਾ ਨਹੀਂ ਚੱਲ ਰਹੀ, ਉਸ ਨਾਲ ਵੀ ਜਿਹੜੀਆਂ ਪਾਰਟੀਆਂ ਦੇ ਉਮੀਦਵਾਰ ਆ, ਉਹ ਬਹੁਤ ਪ੍ਰਭਾਵਿਤ ਹੁੰਦੇ ਆ ਕਿ ਚਲੋ ਸਾਡੀ ਪਾਰਟੀ ਤਾਂ ਆ ਨਹੀਂ ਰਹੀ ਸੱਤਾ 'ਚ, ਕਿਸੇ ਦੂਸਰੇ ਪਾਰਟੀ ਨਾਲ ਗੱਠਜੋੜ ਕਰ ਲਓ, ਜਾਂ ਕਿਸੇ ਹੋਰ ਪਾਰਟੀ ਨੂੰ ਫੰਡ ਦੇ ਆਓ। ਕਿਤੇ ਇਹ ਨਾ ਹੋਵੇ ਕਿ ਜੇ ਸਰਕਾਰ ਬਣ ਗਈ, ਫੰਡ ਦੇਣ ਜਾਈਏ, ਫਿਰ ਉਹਨਾਂ ਫੰਡਾਂ ਦਾ ਕੋਈ ਮਤਲਬ ਨਾ ਰਵੇ। ਬਹੁਤ ਕੁਝ ਇਸ ਤਰ੍ਹਾਂ ਦੀਆਂ ਖੇਡਾਂ ਹੁੰਦੀਆਂ ਨੇ। ਸੋ ਇਹ 3 ਦਿਨਾਂ ਦੇ ਵਿੱਚ ਵੀ ਬਹੁਤ ਕੁਝ ਹੋਣਾ। ਸੋ ਇਸ ਕਰਕੇ ਜੋ ਮੈਨੂੰ ਪਤਾ ਲੱਗਾ, ਇਹ ਕੁਝ ਹੁੰਦਾ। ਲੇਕਿਨ ਮਦਨਦੀਪ ਜੀ, ਗੱਲ ਉਹੀ ਆ ਕਿ ਜੇ ਇਹਨਾਂ ਦੀ ਭਰੋਸੇਯੋਗਤਾ ਇਹਨਾਂ ਨੇ ਪੈਦਾ ਕਰਨੀ ਹੈ, ਔਰ ਵੱਡੇ ਅਦਾਰੇ ਨੇ, ਕਈ ਨਿਊਜ਼ ਚੈਨਲ ਨਾਲ ਜੁੜੇ ਹੋਏ ਨੇ, ਕਈ ਵੱਡੇ ਜਿਹੜੇ ਆ ਅਖਬਾਰਾਂ ਦੇ ਨਾਲ ਜੁੜੇ ਹੋਏ ਨੇ, ਜੇ ਇਹਨਾਂ ਦੀ ਭਰੋਸੇਯੋਗਤਾ ਨਹੀਂ ਬਣਦੀ, ਔਰ ਇਸ ਵਾਰ ਵੀ ਜਿਹੜੇ ਨਤੀਜੇ ਆ ਉਹ ਬਿਲਕੁਲ ਵੱਖਰੇ ਆਉਂਦੇ ਨੇ, ਜਿਹਦੀ ਕਿ ਪੂਰੀ ਸੰਭਾਵਨਾ ਹੈ, ਉਸ ਕਰਕੇ ਫਿਰ ਸਾਨੂੰ ਜਿਹੜੇ ਐਗਜ਼ਿਟ ਪੋਲਸ ਬਾਰੇ ਦੁਬਾਰਾ ਸੋਚਣਾ ਪਊਗਾ ਕਿ ਕਿਉਂ ਅਸੀਂ ਹਰ ਵਾਰ ਟੀਵੀ ਸਾਹਮਣੇ ਬਹਿ ਕੇ ਜੋ ਐਗਜ਼ਿਟ ਪੋਲਸ ਕਹਿੰਦੇ ਆ ਉਹਨਾਂ ਤੇ ਯਕੀਨ ਕਰ ਲੈਂਦੇ ਆ। ਜੀ ਮਨਦੀਪ ਜੀ। ਮਨਪ੍ਰੀਤ ਜੀ, ਇੱਕ ਬਹੁਤ ਵੱਡਾ ਹੋਰ ਵੀ ਸਵਾਲ ਹੈ, ਤੁਸੀਂ ਥੋੜਾ ਜਿਹਾ ਜ਼ਿਕਰ ਵੀ ਕੀਤਾ ਹੈ ਟੀਵੀ ਚੈਨਲਾਂ ਦਾ। ਇਹਦੇ ਵਿੱਚ ਜਿਹੜੇ ਵੱਡੇ ਮੀਡੀਆ ਹਾਊਸ ਨੇ, ਜਿਹੜੇ TRP ਵਧਾਉਂਦੇ ਆ ਇਸ ਬਹਾਨੇ, ਕਿਉਂਕਿ ਹਰੇਕ ਜਦੋਂ ਵੀ ਕਿਤੇ ਇਲੈਕਸ਼ਨ ਹੁੰਦੀ ਹੈ, ਲੋਕ ਐਨ ਚਿੰਬੜੇ ਹੁੰਦੇ ਆ, ਜਿਵੇਂ ਕਿਸੇ ਜ਼ਮਾਨੇ ਮਹਾਭਾਰਤ ਚੱਲਦਾ ਹੁੰਦਾ ਸੀ ਟੀਵੀ ਤੇ, ਉਸੇ ਤਰ੍ਹਾਂ ਲੋਕ ਇਹਨੂੰ ਦੇਖਦੇ ਆ, ਉਸੇ ਤਰ੍ਹਾਂ ਦਿਲਚਸਪੀ ਲੈਂਦੇ ਆ। ਹਾਲਾਂਕਿ ਤੁਹਾਡੀ ਗੱਲ ਠੀਕ ਆ, ਇਹਦੀ ਹਾਲੇ ਤੱਕ ਭਰੋਸੇਯੋਗਤਾ ਕੋਈ ਪੱਕੀ ਨਹੀਂ ਬਣੀ ਹੈ, ਪਰ ਇਹਦੇ ਬਾਵਜੂਦ ਵੀ ਹਰੇਕ ਇਲੈਕਸ਼ਨ ਦੇ ਵਿੱਚ ਲੋਕ ਭੁੱਲ ਜਾਂਦੇ ਆ, ਔਰ ਐ ਚਿਪਕ ਜਾਂਦੇ ਆ ਟੈਲੀਵਿਜ਼ਨ ਦੇ ਅੱਗੇ। ਔਰ ਜਿਹੜਾ ਇਹ TRP ਦੀ ਖੇਡ ਆ, ਜਿਹੜੀ ਕਿ ਅਸੀਂ ਪਿੱਛੇ ਤੇ ਦੇਖੀ ਵੀ ਹੈ, ਜਿਹਦੇ ਵਿੱਚ ਇੱਕ ਬਹੁਤ ਵੱਡੇ ਚੈਨਲ ਦੇ ਮਾਲਕ ਤੇ ਪੱਤਰਕਾਰ ਅਰੈਸਟ ਵੀ ਹੋਏ ਆ, ਇਹ ਜਿਹੜਾ ਮਾਮਲਾ ਮੀਡੀਆ ਹਾਊਸ ਵਾਲਾ ਹੈਗਾ, ਜਿਹੜੇ TRP ਦਾ ਮਾਮਲਾ ਹੈਗਾ, ਇਹ ਵੀ ਇੱਕ ਵੱਡੀ ਗੇਮ ਹੈ, ਮੈਂ ਸਮਝਦਾ ਜੀ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਜੀ, ਕਿਉਂਕਿ ਟੀਵੀ ਚੈਨਲਸ ਨੂੰ ਆਪਣਾ ਐਡ ਰੈਵਨਿਊ ਕਮਾਉਣ ਲਈ, ਮਾਲੀਆ ਕਮਾਉਣ ਲਈ, ਜਿੰਨਾ ਉਹਨਾਂ ਨੇ ਰੈਵਨਿਊ ਕਮਾਉਣਾ, ਉਹਨਾਂ ਨੂੰ ਐਡਵਰਟੀਜ਼ਮੈਂਟ ਤੋਂ ਹੋਣਾ, ਤੇ ਐਡਵਰਟੀਜ਼ਮੈਂਟ ਲਈ ਉਹਨਾਂ ਨੂੰ ਆਪਣੇ ਜਿੰਨੇ ਕਲਾਇੰਟਸ ਨੇ ਜਾਂ ਜਿਹੜੇ ਲੋਕ ਉਹਨਾਂ ਦੇ ਇਸ਼ਤਿਹਾਰ ਦਿੰਦੇ ਨੇ, ਐਡਵਰਟੀਜ਼ਮੈਂਟਸ ਦਿੰਦੇ ਨੇ, ਉਹਨਾਂ ਨੂੰ ਦੱਸਣਾ ਪੈਂਦਾ ਕਿ ਸਾਡੀ ਜਿਹੜੀ ਰੀਚ ਆ ਉਹ ਬਹੁਤ ਸਾਰੇ ਹਜ਼ਾਰਾਂ, ਲੱਖਾਂ, ਕਰੋੜਾਂ ਦਰਸ਼ਕਾਂ ਤੱਕ ਆ। ਇਸ ਹੋੜ ਦੇ ਵਿੱਚ ਉਹ ਕੁਝ ਵੀ ਦਿਖਾਉਣ ਨੂੰ ਤਿਆਰ ਰਹਿੰਦੇ ਨੇ। ਔਰ ਇਹ ਵੀ ਤੁਹਾਡੀ ਗੱਲ ਬਿਲਕੁਲ ਮੈਨੂੰ ਬਿਲਕੁਲ ਠੀਕ ਆ ਕਿ ਖਾਸ ਤੌਰ ਤੇ ਕਿਉਂਕਿ ਲੋਕਾਂ ਨੂੰ ਉਤਸੁਕਤਾ ਹੁੰਦੀ ਆ, ਲੋਕਾਂ ਦੇ ਵਿੱਚ ਜਿਗਿਆਸਾ ਹੁੰਦੀ ਆ, ਲੋਕਾਂ ਦੇ ਵਿੱਚ ਕਿਉਰਿਓਸਿਟੀ ਹੁੰਦੀ ਹੈ ਕਿ ਦੇਖੋ ਹਜੇ ਤਾਂ 2 ਦਿਨ 48 ਘੰਟੇ ਪਏ ਆ ਰਿਜ਼ਲਟ ਆਉਣ ਨੂੰ, ਕਿ ਦੇਖੋ ਕਿਹਦੀ ਸਰਕਾਰ ਬਣਦੀ ਆ, ਓਪੀਨੀਅਨ ਪੋਲਸ ਕੀ ਕਹਿੰਦੇ ਆ। ਕਿਉਂਕਿ 5 ਸਾਲ ਪੁਰਾਣਾ ਕੀ ਓਪੀਨੀਅਨ ਪੋਲ ਆਇਆ ਸੀ, ਜਾਂ ਉਹ ਠੀਕ ਗਿਆ ਸੀ, ਗਲਤ ਹੋਇਆ ਸੀ, ਆਪਾਂ ਨਹੀਂ ਦੇਖਦੇ। 5 ਸਾਲ ਪੁਰਾਣੀ ਕਿਉਂਕਿ ਗੱਲ ਭੁੱਲ ਜਾਂਦੇ ਆ, ਕਿਉਂਕਿ ਆਪਣੀ ਵੈਸੇ ਵੀ ਇਸ ਗੱਲ ਦੇ ਮਾਮਲੇ ਦੇ ਵਿੱਚ ਅਕਸਰ ਲੋਕਾਂ ਦੀ ਮੈਮਰੀ ਬਹੁਤ ਸ਼ਾਰਟ ਹੁੰਦੀ ਆ। ਸੋ ਫਿਰ ਉਹ ਟੀਵੀ ਦੇ ਸਾਹਮਣੇ ਜੁੜ ਕੇ ਬਹਿ ਜਾਂਦੇ, ਤੇ ਇਸ ਨਾਲ ਉਹਨਾਂ ਨੂੰ ਬਹੁਤ ਭਾਰੀ ਜਿਹੜੀ ਆ, ਇੱਕ ਤਾਂ ਜਿਹੜੀ ਵਿਊਅਰਸ਼ਿਪ ਮਿਲਦੀ ਆ, ਲੋਕਾਂ ਦੇ ਵਿੱਚ TRP ਮਿਲਦੀ ਆ, ਤੇ ਨਾਲ ਦੀ ਨਾਲ ਇਸ ਉੱਤੇ ਵੀ ਉਹਨਾਂ ਨੂੰ ਐਡ ਰੈਵਨਿਊ ਮਿਲਦਾ। ਸੋ ਇਹ ਸਾਰੀਆਂ ਗੱਲਾਂ ਨੂੰ ਵੀ ਆਪਾਂ ਨੂੰ ਧਿਆਨ ਦੇਣਾ ਚਾਹੀਦਾ। ਇਹ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਜੀ। ਮਨਪ੍ਰੀਤ ਜੀ, ਇੱਕ ਸਵਾਲ ਇਹ ਆ, ਯੂਪੀ ਦੇ ਵਿੱਚ ਆਪਾਂ ਪਹਿਲਾਂ ਯੂਪੀ ਦੀ ਗੱਲ ਕਰੀਏ, ਬਾਅਦ ਚ ਅਸੀਂ ਪੰਜਾਬ ਤੇ ਆਵਾਂਗੇ। ਦੂਜੇ ਜਿਹੜੇ ਛੋਟੇ ਸੂਬੇ ਆ, ਅਸੀਂ ਉਹਨਾਂ ਨੂੰ ਛੱਡ ਵੀ ਦਈਏ ਇੱਕ ਵਾਰ ਤਾਂ, ਕਿਉਂਕਿ ਬਹੁਤਾ ਟਾਈਮ ਨਹੀਂ ਹੋਣਾ। ਯੂਪੀ ਦੇ ਵਿੱਚ ਜੇ ਅਸੀਂ ਸੋਸ਼ਲ ਮੀਡੀਆ ਦੀ ਕੋਈ ਵੀ ਸਾਈਟ ਖੋਲੀਏ, ਬਹੁਤ ਸੀਨੀਅਰ ਪੱਤਰਕਾਰਾਂ ਤੋਂ ਲੈ ਕੇ ਜੂਨੀਅਰ ਪੱਤਰਕਾਰਾਂ ਤੱਕ ਦੀ,
ਤਾਂ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਾਲਤ ਉੱਥੇ ਬਹੁਤੀ ਚੰਗੀ ਨਹੀਂ ਲੱਗਦੀ, ਜੇਤੂ ਹਾਲਤ ਨਹੀਂ ਹੈ। ਪਰ ਓਪੀਨੀਅਨ ਪੋਲ ਜਾਂ ਐਗਜ਼ਿਟ ਪੋਲ ਜਿਹੜੇ ਹੁੰਦੇ ਆ, ਇਹਨਾਂ ਦੇ ਵਿੱਚ ਉਹਨਾਂ ਨੂੰ ਬੜਾ ਵੱਡਾ ਬਹੁਮਤ ਦਿਖਾਇਆ ਜਾ ਰਿਹਾ ਆ, ਉਹਨਾਂ ਦੀ ਜਿੱਤ ਜਿਹੜੀ ਆ ਉਹ ਯਕੀਨੀ ਬਣਾਈ ਜਾ ਰਹੀ ਹੈ। ਇਹ ਦੇਖੋ ਨਾ ਤੁਸੀਂ ਕਿੰਨਾ ਵੱਡਾ ਚੱਕਰ ਆ। ਕੀ ਮਤਲਬ ਇਹ ਸਮਝਿਆ ਜਾਵੇ ਕਿ ਭਾਰਤੀ ਜਨਤਾ ਪਾਰਟੀ ਦੇ ਯੂਪੀ 'ਚ, ਜਿਵੇਂ ਉਹਨਾਂ ਪਹਿਲਾਂ ਵੀ ਇਸ ਪਾਰਟੀ ਦਾ ਐਲੀਗੇਸ਼ਨ ਹੈਗਾ, ਪਹਿਲਾਂ ਵੀ ਇਲਜ਼ਾਮ ਹੈ ਕਿ ਇਹਨੇ ਵੱਡਾ ਪੈਸਾ ਖਰਚ ਕੇ ਉੱਥੇ ਜਿਹੜੀ ਕੰਪੇਨ ਆ ਯੂਪੀ ਦੇ ਵਿੱਚ ਜਾਂ ਭਾਰਤ ਦੇ ਵਿੱਚ ਇਹਨੇ ਕੰਪੇਨ 14 'ਚ ਚਲਾਈ ਸੀ, ਉਸੇ ਤਰ੍ਹਾਂ ਯੂਪੀ ਦੇ ਵਿੱਚ ਵੀ ਹਰੇਕ ਇਲੈਕਸ਼ਨ ਦੇ ਵਿੱਚ ਵੱਡੀ ਪੱਧਰ ਤੇ ਖਰਚ ਕੀਤਾ ਜਾਂਦਾ ਹੈ। ਕੀ ਇੱਕ ਕਾਰਨ ਹੋ ਸਕਦਾ ਹੈ? ਦੇਖੋ, ਤੁਸੀਂ ਇੱਕ ਚੀਜ਼ ਦਾ ਅੰਦਾਜ਼ਾ ਲਗਾਓ। ਯੂਪੀ ਦੀ ਆਪਾਂ ਗੱਲ ਕਰ ਰਹੇ ਹਾਂ, ਉੱਤਰ ਪ੍ਰਦੇਸ਼ ਦੀ। ਸਭ ਤੋਂ ਪਹਿਲਾਂ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਚੋਣਾਂ ਹੋਈਆਂ ਤੇ ਪਹਿਲੇ ਫੇਜ਼ ਦੇ ਵਿੱਚ 55 ਥਾਵਾਂ ਤੇ ਚੋਣਾਂ ਹੋਈਆਂ ਸੀ। 55 ਯਾਨੀ ਕਿ 55 ਹਲਕਿਆਂ ਦੇ ਵਿੱਚ ਚੋਣਾਂ ਹੋਈਆਂ ਸੀ। ਜੋ ਓਪੀਨੀਅਨ ਪੋਲਸ ਆ ਉਹ ਇਹ ਦਿਖਾ ਰਹੇ ਆ, ਮਾਫ ਕਰਨਾ, ਐਗਜ਼ਿਟ ਪੋਲਸ, ਜਿਹੜੇ ਐਗਜ਼ਿਟ ਪੋਲ ਇਹ ਦਿਖਾ ਰਹੇ ਆ ਕਿ ਉਹਨਾਂ 55 ਚੋਂ ਸਮਾਜਵਾਦੀ ਪਾਰਟੀ ਨੂੰ ਕੇਵਲ 8 ਸੀਟਾਂ ਆਉਣਗੀਆਂ। ਤੁਸੀਂ ਹੁਣ ਤੁਸੀਂ ਦੇਖੋ, ਜੇ ਕਿਸਾਨੀ ਅੰਦੋਲਨ ਦਾ ਸਭ ਤੋਂ ਵੱਧ ਪ੍ਰਭਾਵ ਹੋਇਆ ਤਾਂ ਉਹ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਹੋਇਆ। ਜੇ ਕਿਸੇ ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਨੇ ਪਿੰਡਾਂ ਚੋਂ ਭਜਾ ਕੇ ਉਥੋਂ ਆਪਣੇ ਹਲਕਿਆਂ ਚੋਂ ਦੂਰ ਕਰਤਾ ਜਾਂ ਉਹਨਾਂ ਨੂੰ ਖਦੇੜਤਾ, ਜਿੱਦਾਂ ਕਹਿੰਦੇ ਆ, ਉਹ ਪੱਛਮੀ ਉੱਤਰ ਪ੍ਰਦੇਸ਼ ਚੋਂ ਹੋਇਆ। ਜੇ ਹਿੰਦੂ ਮੁਸਲਿਮ ਅਰਗੀ ਕੋਈ ਚੀਜ਼ ਨਹੀਂ ਹੋਈ, ਆਪਾਂ ਨੂੰ ਪਤਾ ਸਨ 2013 ਦੇ ਵਿੱਚ ਮੁਜ਼ੱਫਰਨਗਰ ਦੇ ਵਿੱਚ ਉਹ ਜਿਹੜੇ ਦੰਗੇ ਹੋਏ ਸੀ, ਉਸ ਤੋਂ ਬਾਅਦ ਜਦੋਂ ਚੋਣਾਂ ਹੁੰਦੀਆਂ ਨੇ, ਇਸ ਚੀਜ਼ ਦਾ ਲਾਭ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਜ਼ਿਆਦਾ ਮਿਲਿਆ ਸੀ। ਪਰ ਇਸ ਵਾਰੀ ਅਕਸਰ ਇਹ ਖਬਰਾਂ ਆਈਆਂ ਕਿ ਉੱਥੇ ਹਿੰਦੂ ਮੁਸਲਿਮ ਵਰਗੀ ਕੋਈ ਗੱਲ ਨਹੀਂ ਹੋਈ, ਬਲਕਿ ਲੋਕਾਂ ਨੂੰ, ਬਲਕਿ ਕਿਸਾਨ ਅੰਦੋਲਨ ਤੋਂ ਬਾਅਦ ਉਸ ਖਿੱਤੇ ਦੇ ਵਿੱਚ ਏਕਤਾ ਦੇਖਣ ਨੂੰ ਮਿਲੀ ਹੈ। ਜੀ, ਉੱਥੇ ਏਕਤਾ ਖਾਸ ਤੌਰ ਤੇ ਜਾਟਾਂ ਦੇ ਵਿੱਚ, ਜਿਹੜੇ ਕਿਸਾਨਾਂ ਦੇ ਵਿੱਚ, ਮੁਸਲਿਮ ਭਾਈਚਾਰੇ ਦੇ ਵਿੱਚ, ਸਾਰਿਆਂ ਦੇ ਵਿੱਚ ਇਕਜੁੱਟਤਾ ਹੋਈ ਹੈ, ਏਕਤਾ ਦੇਖਣ ਨੂੰ। ਜਿੱਥੇ ਹਰ ਹਰ ਮਹਾਦੇਵ ਦੇ ਨਾਅਰੇ ਲੱਗਦੇ ਹੁੰਦੇ ਸੀ, ਉੱਥੇ ਅੱਲਾਹੂ ਅਕਬਰ ਦਾ ਅੱਗੋਂ ਨਾਅਰਾ ਆਉਂਦਾ ਹੁੰਦਾ ਸੀ। ਇਹ ਜ਼ਿਆਦਾਤਰ ਜਿਹੜੇ ਕਿਸਾਨੀ ਅੰਦੋਲਨ ਹੋਏ ਆ, ਵੱਡੇ ਉੱਥੇ ਸੰਮੇਲਨ ਹੋਏ ਆ, ਜਿਨ੍ਹਾਂ ਨੂੰ ਮਹਾ ਪੰਚਾਇਤ ਕਿਹਾ ਜਾਂਦਾ ਸੀ, ਉਹਨਾਂ ਦੇ ਵਿੱਚ ਦੇਖਣ ਨੂੰ ਮਿਲਿਆ। ਜਦੋਂ ਇਹ ਸਾਰੀਆਂ ਚੀਜ਼ਾਂ ਉੱਥੇ ਹੋ ਰਹੀਆਂ ਸੀ, ਜਿੱਥੇ ਲੱਗ ਨਹੀਂ ਸੀ ਰਿਹਾ ਕਿ ਕਦੇ ਭਾਰਤੀ ਜਨਤਾ ਪਾਰਟੀ ਨੂੰ ਕੋਈ ਬਹੁਤ ਜ਼ਿਆਦਾ ਸਮਰਥਨ ਮਿਲੂਗਾ, ਤੇ ਜੇ ਉੱਥੋਂ 55 ਚੋਂ 8 ਸੀਟਾਂ ਸਮਾਜਵਾਦੀ ਪਾਰਟੀ ਨੂੰ ਆ ਰਹੀਆਂ ਨੇ ਤੇ ਜੋ ਐਗਜ਼ਿਟ ਪੋਲ ਦਿਖਾ ਰਹੇ ਨੇ, ਤੇ ਫਿਰ ਮੰਨਣਯੋਗ ਗੱਲਾਂ ਆਉਂਦੀਆਂ ਨੇ। ਇਸੇ ਕਰਕੇ ਮੈਂ ਕਹਿ ਰਿਹਾ, ਮੰਨ ਲਓ ਜੇ ਐਗਜ਼ਿਟ ਪੋਲ ਨੇ ਜਿਸ ਤਰ੍ਹਾਂ ਦੱਸਿਆ ਕੱਲ ਨੂੰ ਉਸੇ ਤਰ੍ਹਾਂ ਹੋ ਜਾਂਦਾ ਆ, ਤਾਂ ਫਿਰ ਇਹਦਾ ਕੀ ਅਰਥ ਲਿਆ ਜਾਏਗਾ? ਨਹੀਂ, ਫਿਰ ਜਿਹੜੇ ਸਮੀਕਰਨ ਆ, ਫਿਰ ਇਹਦਾ ਮਤਲਬ ਭਾਰਤੀ ਜਨਤਾ ਪਾਰਟੀ ਆਪਣਾ ਪ੍ਰਚਾਰ ਕਰਨ ਦੇ ਵਿੱਚ ਜ਼ਿਆਦਾ ਕਾਮਯਾਬ ਹੋਈ ਹੈ, ਜਾਂ ਜਿਹੜੀ ਜ਼ਮੀਨੀ ਸਥਿਤੀ ਆ ਉਹ ਉਸ ਤਰ੍ਹਾਂ ਨਹੀਂ ਬਦਲੀ ਹੈ ਜਿਹੜੀ ਅਸੀਂ ਸੋਚ ਰਹੇ ਸੀ। ਕਿਉਂਕਿ ਅਸੀਂ ਜਿਹੜੀ ਇਹ ਗੱਲ ਕਰ ਰਹੇ ਹਾਂ, ਉਹ ਵੀ ਰਿਪੋਰਟਸ ਦੇ ਆਧਾਰ ਤੇ ਕਰ ਰਹੇ ਹਾਂ, ਜਿਹੜੀਆਂ ਉੱਥੇ ਜਾ ਕੇ ਪੱਤਰਕਾਰਾਂ ਨੇ ਗਰਾਊਂਡ ਤੇ ਜਾ ਕੇ ਰਿਪੋਰਟਾਂ ਦਿੱਤੀਆਂ ਨੇ। ਮੇਰਾ ਸਵਾਲ ਜਾਇਜ਼ ਨਹੀਂ ਸੀ, ਪਰ ਮੈਂ ਇਹ ਸਵਾਲ ਇਸ ਕਰਕੇ ਕੀਤਾ ਆ ਕਿਉਂਕਿ ਆਮ ਤੌਰ ਤੇ ਕੁਝ ਹੋਰ ਵੀ ਸ਼ੱਕ ਪ੍ਰਗਟਾਏ ਜਾਂਦੇ ਆ ਕਿ ਇਸ ਤਰ੍ਹਾਂ ਵੀ ਕਰ ਲੈਂਦੇ ਆ, ਇਸ ਤਰ੍ਹਾਂ ਵੀ ਕਰ ਲੈਂਦੇ ਆ, ਇਸ ਕਰਕੇ ਮੇਰੇ ਦਿਮਾਗ 'ਚ ਇਹ ਸਵਾਲ ਆਇਆ ਸੀ। ਜੀ। ਸੋ ਇਸ ਕਰਕੇ ਮਦਨਦੀਪ ਜੀ, ਸਾਰਾ ਸਾਨੂੰ ਦੇਖਣਾ, ਨਤੀਜਿਆਂ ਦਾ ਇੰਤਜ਼ਾਰ ਕਰਨਾ ਪਊਗਾ। ਫਿਰ ਮੈਨੂੰ ਲੱਗਦਾ ਉਸ ਦਿਨ ਫਿਰ ਇਹਨਾਂ ਐਗਜ਼ਿਟ ਪੋਲਸ ਦਾ ਤੇ ਓਪੀਨੀਅਨ ਪੋਲਸ ਦਾ ਫਿਰ ਇੱਕ ਵਾਰੀ ਵਿਸ਼ਲੇਸ਼ਣ ਹੋਣਾ ਚਾਹੀਦਾ। ਔਰ ਜੇ ਇਹ ਬਿਲਕੁਲ ਉਸ ਨਤੀਜਿਆਂ ਤੋਂ ਬਿਲਕੁਲ ਦੂਰ ਰਹਿੰਦੇ ਨੇ, ਜਾਂ ਬਿਲਕੁਲ ਜਿਹੜੇ ਇਹ ਕਹਿੰਦੇ ਆ ਕਿ ਬਿਲਕੁਲ ਗਲਤ ਸਾਬਤ ਹੁੰਦੇ ਨੇ, ਤੇ ਫਿਰ ਮੈਨੂੰ ਲੱਗਦਾ ਇਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਬਹੁਤ ਸਾਰੇ ਵੋਟਰਾਂ ਦੇ ਮਨ ਨੂੰ ਪ੍ਰਭਾਵਿਤ ਕਰਦੇ ਨੇ, ਬਹੁਤ ਸਾਰੇ ਵੋਟਰਾਂ ਨੂੰ ਮਿਸਲੀਡ ਵੀ ਕਰ ਸਕਦੇ ਨੇ। ਇਸ ਚੀਜ਼ ਦਾ ਜਿਹੜਾ ਸੰਗਿਆਨ ਆ ਜਾਂ ਇਸ ਚੀਜ਼ ਦਾ ਨੋਟਿਸ ਆ, ਉਹ ਮੈਨੂੰ ਲੱਗਦਾ ਘੱਟੋ ਘੱਟ ਇਲੈਕਸ਼ਨ ਕਮਿਸ਼ਨ ਨੂੰ ਜ਼ਰੂਰ ਲੈਣਾ ਚਾਹੀਦਾ ਕਿ ਇੰਨੇ ਜਿਹੜੇ ਆਪਣੇ ਆਪ ਨੂੰ ਪ੍ਰੋਫੈਸ਼ਨਲ ਆਰਗੇਨਾਈਜੇਸ਼ਨਸ ਕਹਿੰਦੀਆਂ ਨੇ। ਖੈਰ, ਜੇ ਮੈਂ ਦੂਸਰੀ ਗੱਲ ਨਾਲ ਦੀ ਨਾਲ ਇਹ ਜੋੜਦਾ ਕਿ ਜੇ ਇਹ ਠੀਕ ਹੋ ਜਾਂਦੇ ਨੇ ਜਾਂ ਉਸੇ ਤਰ੍ਹਾਂ ਆਉਂਦੇ ਨੇ ਜਾਂ ਕਲੋਜ਼ ਵੀ ਹੁੰਦੇ ਨੇ, ਨੇੜੇ ਤੇੜੇ ਵੀ ਹੁੰਦੇ ਨੇ, ਕੋਈ 100% ਐਕੂਰੇਟ ਨਹੀਂ ਹੁੰਦਾ। ਆਮ ਤੌਰ ਤੇ ਸ਼ੁਰੂ ਚ ਕਿਹਾ ਜਾਂਦਾ ਸੀ ਕਿ 3% ਦਾ ਮਾਈਨਸ ਜਾਂ ਪਲੱਸ ਆંકੜਾ ਜਿਹੜਾ ਇੱਧਰ ਉੱਧਰ ਹੋ ਸਕਦਾ, ਫਿਰ 5% ਤੇ ਲੈ ਕੇ ਫਿਰ 10% ਤੇ ਲੈ ਗਏ ਹੌਲੀ ਹੌਲੀ। ਲੇਕਿਨ ਜੇ ਨੇੜੇ ਤੇੜੇ ਵੀ ਕੋਈ ਚੀਜ਼ ਆਉਂਦੀ ਹੈ ਤੇ ਘੱਟੋ ਘੱਟ ਸਾਨੂੰ ਕੋਈ ਇਹ ਇੰਡੀਕੇਸ਼ਨ ਮਿਲਦੀ ਹੈ ਜਾਂ ਸੰਕੇਤ ਮਿਲਦੇ ਨੇ ਕਿ ਸ਼ਾਇਦ ਉਸ ਤਰ੍ਹਾਂ ਦੇ ਨਤੀਜੇ ਆਏ, ਤਾਂ ਫਿਰ ਵੀ ਸਾਨੂੰ ਇਹਨਾਂ ਤੇ ਭਰੋਸਾ ਬਣ ਸਕਦਾ। ਪਰ ਜੇ ਇਹ ਸੱਚਾਈ ਜੋ ਕਹੀ ਹੈ ਇਹਨਾਂ ਨੇ ਉਸ ਦੇ ਕਿਤੇ ਨੇੜੇ ਤੇੜੇ ਵੀ ਨਹੀਂ ਖੜਨਗੇ, ਤੇ ਫਿਰ ਮੈਨੂੰ ਲੱਗਦਾ ਫਿਰ ਇਹ ਸਵਾਲਾਂ ਦੇ ਘੇਰੇ ਦੇ ਵਿੱਚ, ਸ਼ੱਕ ਦੇ ਘੇਰੇ ਦੇ ਵਿੱਚ ਜ਼ਰੂਰ ਆਉਂਦੇ ਨੇ। ਜੀ ਮਦਨਦੀਪ ਮਨਪ੍ਰੀਤ ਜੀ, ਥੋੜਾ ਸਮਾਂ ਸਾਡੇ ਕੋਲ ਹੈਗਾ ਬਿਲਕੁਲ, ਪਰ ਅਸੀਂ ਪੰਜਾਬ ਦੀ ਇੱਥੇ ਗੱਲ ਕਰਨੀ ਜ਼ਰੂਰੀ ਚਾਹਾਂਗੇ।
ਜਿਹੜੇ ਪੰਜਾਬ ਦੇ ਐਗਜ਼ਿਟ ਪੋਲ ਦੇ ਨਤੀਜੇ ਹੈ ਜੋ ਸਾਡੇ ਸਾਹਮਣੇ ਆਏ ਆ, ਇਹਨੂੰ ਲੈ ਕੇ ਕਾਂਗਰਸ ਤੇ ਅਕਾਲੀ ਦਲ ਦੇ ਵਿੱਚ ਜਿਸ ਤਰ੍ਹਾਂ ਦੀ ਖਲਬਲੀ ਮੈਂ ਦੇਖੀ ਹੈ, ਜਿੰਨੀ ਕੁ ਮੇਰੀ ਗੱਲਬਾਤ ਹੋਈ ਹੈ, ਉਹ ਬਹੁਤੇ ਕੌਨਫੀਡੈਂਟ ਨਹੀਂ ਹੈਗੇ ਆਪਣੀ ਪਾਰਟੀ ਦੇ ਉੱਪਰ। ਉਹ ਇਹਨੂੰ ਮੁਕੰਮਲ ਰੱਦ ਨਹੀਂ ਕਰ ਰਹੇ ਐਗਜ਼ਿਟ ਪੋਲ ਨੂੰ, ਜਿਵੇਂ ਕਰਨਾ ਚਾਹੀਦਾ ਆ। ਤੁਹਾਡਾ ਇਹਦੇ 'ਚ ਕੀ ਕਹਿਣਾ ਆ? ਜੀ ਦੇਖੋ, ਇੱਕ ਚੀਜ਼ ਤੁਸੀਂ ਸਾਈਕੋਲੋਜੀ ਸਮਝੋ ਸਾਰੀਆਂ ਪੋਲੀਟੀਕਲ ਪਾਰਟੀਆਂ ਦੀ। ਆਮ ਤੌਰ ਤੇ ਜਿਸ ਦੇ ਹੱਕ 'ਚ ਨਤੀਜੇ ਗਏ ਹੁੰਦੇ ਆ, ਜਿਸ ਵੀ ਪਾਰਟੀ ਦੇ, ਆਮ ਤੌਰ ਤੇ ਉਹ ਉਹਨਾਂ ਨਤੀਜਿਆਂ ਨੂੰ ਸੱਚ ਮੰਨ ਕੇ ਹੀ ਅੱਗੇ ਤੁਰਦੀ ਆ ਜੀ। ਉਹ ਮੰਨ ਲੈਂਦੀ ਆ ਕਿ ਠੀਕ ਹੈ ਜੀ, ਇਸ ਤਰ੍ਹਾਂ ਦੇ ਮੈਨੂੰ ਯਾਦ ਆ ਕੱਲ ਕੁਲਤਾਰ ਸਿੰਘ ਸੰਧਵਾ ਜਿਹੜੇ ਆਮ ਆਦਮੀ ਪਾਰਟੀ ਦੇ ਕੋਟਕਪੂਰੇ ਤੋਂ MLA ਨੇ, ਉਹਨਾਂ ਨੂੰ ਜਦੋਂ ਸਵਾਲ ਪੁੱਛਿਆ ਗਿਆ ਕਿ ਚਾਣਕਿਆ ਤੁਹਾਨੂੰ 100 ਸੀਟਾਂ ਦੇ ਰਿਹਾ, ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਉਹ ਕਹਿੰਦੇ ਜੀ 80 ਸੀਟਾਂ ਦਾ ਅਸੀਂ ਮੰਨ ਕੇ ਚੱਲਦੇ ਹਾਂ, ਪਰ ਦੇਖੋ ਹੋ ਸਕਦਾ ਜਨਤਾ ਸਾਨੂੰ 100 ਵੀ ਜਿਤਾ ਦੇ। ਯਾਨੀ ਕਿ ਉਹ ਆਪ ਵੀ ਇੰਨੇ ਕੌਨਫੀਡੈਂਟ ਨਹੀਂ ਸੀ ਕਿ ਅਸੀਂ 100 ਸੀਟਾਂ ਜਿੱਤ ਜਾਾਂਗੇ। ਔਰ ਤੁਸੀਂ ਯਾਦ ਕਰੋ ਕੈਪਟਨ ਅਮਰਿੰਦਰ ਸਿੰਘ ਪਿਛਲੀ ਵਾਰੀ ਜਦੋਂ ਪ੍ਰੈਸ ਕਾਨਫਰੰਸ ਹੋ ਗਈ ਸੀ, ਪ੍ਰੈਸ ਕਾਨਫਰੰਸ ਦੇ ਵਿੱਚ ਉਹ ਕਹਿ ਰਹੇ ਸੀ ਕਿ ਸਾਨੂੰ 62 ਤੋਂ 65 ਸੀਟਾਂ ਆ ਸਕਦੀਆਂ ਨੇ, ਤੇ 77 ਸੀਟਾਂ ਉਹਨਾਂ ਨੇ ਜਿੱਤੀਆਂ। ਸੋ ਕਹਿਣ ਦਾ ਮਤਲਬ ਇਹ ਆ ਕਿ ਕਈ ਵਾਰੀ ਜਿਹੜੀਆਂ ਪਾਰਟੀਆਂ ਐਡੀ ਵੱਡੀ ਜਿੱਤ ਦੇਖ ਕੇ, ਹੋ ਸਕਦਾ ਜਿਸ ਅੰਡਰ ਕਰੰਟ ਦੀ ਆਪਾਂ ਗੱਲ ਕਰ ਰਹੇ ਸੀ ਕਿ ਅੰਡਰ ਕਰੰਟ ਆ, ਹੋ ਸਕਦਾ ਜਿਹੜੀ ਜੇ 100 ਸੀਟਾਂ ਆਉਂਦੀਆਂ ਨਾ, ਜਾਂ 80 90 100 ਵੀ ਆਉਂਦੇ, ਫਿਰ ਤਾਂ ਹਵਾ ਚੱਲ ਰਹੀ ਸੀ, ਇੱਕ ਹਨੇਰੀ ਚੱਲ ਰਹੀ ਸੀ। ਕੀ ਸਾਨੂੰ ਹਨੇਰੀ ਦਾ ਪਤਾ ਨਹੀਂ ਲੱਗਾ? ਜਾਂ ਸਾਡੇ ਇੱਥੇ ਜਿਹੜੇ ਜਰਨਲਿਸਟ ਸੀ, ਪੱਤਰਕਾਰ ਸੀ, ਜਾਂ ਜਿਹੜੇ ਵਿਸ਼ਲੇਸ਼ਣ ਕਰਦੇ ਆ, ਜਾਂ ਜਿਹੜੇ ਐਨਾਲਿਸਟ ਸੀ, ਉਹਨਾਂ ਨੂੰ ਪਤਾ ਨਹੀਂ ਲੱਗਾ? ਹਾਂ, ਇਹ ਗੱਲ ਜ਼ਰੂਰ ਸੀ। ਮਾਲਵੇ ਦੇ ਵਿੱਚ ਲਗਾਤਾਰ ਅਸੀਂ ਇਹ ਗੱਲ ਕਹਿ ਰਹੇ ਸੀ ਕਿ ਇੱਕ ਅੰਡਰ ਕਰੰਟ ਵੀ ਆ ਲੋਕਾਂ ਦੇ ਵਿੱਚ, ਉਹਨਾਂ ਦੀ ਆਮ ਆਦਮੀ ਪਾਰਟੀ ਦੀ ਗੱਲ ਜ਼ਰੂਰ ਚੱਲ ਰਹੀ ਆ। ਪਰ ਹੋਰ ਬੜੇ ਫੈਕਟਰ ਨੇ। ਹੁਣ ਤੁਸੀਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੀ ਗੱਲ ਕੀਤੀ ਕਿ ਉਹ ਇੰਨੇ ਉਤਸ਼ਾਹਿਤ ਨਹੀਂ ਸੀ ਜਦੋਂ ਉਹਨਾਂ ਦੇ ਹੱਕ ਦੇ ਵਿੱਚ ਐਗਜ਼ਿਟ ਪੋਲਸ ਨਹੀਂ ਗਏ ਮਦਨਦੀਪ ਜੀ, ਤੇ ਉਹ ਅਸੀਂ ਉਤਸ਼ਾਹਿਤ ਉਹਨਾਂ ਨੂੰ ਹੁੰਦੇ ਹੋਏ ਕਿਵੇਂ ਦੇਖ ਸਕਦੇ ਹਾਂ? ਹਾਂ, ਉਹ ਨਕਾਰਦੇ ਜ਼ਰੂਰ ਮੈਂ ਇਹ ਸਵਾਲ ਇਸ ਕਰਕੇ ਕੀਤਾ ਆ ਕਿ ਜਿਹੜੇ ਕੈਂਪੇਨ ਦੇ ਦੌਰਾਨ ਜਦੋਂ ਚੋਣ ਪ੍ਰਚਾਰ ਚੱਲ ਰਿਹਾ ਸੀ, ਅਸੀਂ ਕਾਂਗਰਸ ਦੀ ਹਾਲਤ ਦੇਖ ਰਹੇ ਸੀ, ਕਿਵੇਂ ਅੰਦਰ ਖਾਤੇ ਉਹ ਇੱਕ ਦੂਸਰੇ ਨੂੰ ਕਿਵੇਂ ਖਿੱਚੋਤਾਣ 'ਚ ਲੱਗੇ ਸੀ, ਕਿਵੇਂ ਇੱਕ ਦੂਸਰੇ ਨੂੰ ਹਰਾਉਣ 'ਚ ਲੱਗੇ ਹੋਏ ਸੀ। ਸਾਰੀ ਚਰਚਾ ਮੀਡੀਆ 'ਚ ਆਉਂਦੀ ਰਹੀ ਹੈ, ਖੁਦ ਬਿਆਨਬਾਜ਼ੀਆਂ ਕਰਦੇ ਰਹੇ ਆ। ਔਰ ਸ਼੍ਰੋਮਣੀ ਅਕਾਲੀ ਦਲ ਤਾਂ ਇੱਕ ਯਤਨ 'ਚ ਸੀ, ਸ਼੍ਰੋਮਣੀ ਅਕਾਲੀ ਦਲ ਕਾਫੀ ਜੂਝ ਰਿਹਾ ਸੀ ਆਪਣੇ ਆਪ ਨੂੰ ਉੱਪਰ ਲੈ ਕੇ ਆਉਣ ਲਈ। ਸ਼੍ਰੋਮਣੀ ਅਕਾਲੀ ਦਲ ਨੂੰ ਸ਼ਾਇਦ ਇਸ ਵਾਰ ਥੋੜਾ ਜਿਹਾ ਹੋਵੇ ਕਿ ਅਸੀਂ ਪਹਿਲਾਂ ਨਾਲੋਂ ਬਿਹਤਰ ਕਰ ਲਵਾਂਗੇ, ਪਰ ਕਾਂਗਰਸ ਦੇ ਲਈ ਤੇ ਸਮਾਂ ਬੜਾ ਔਖਾ ਸੀ ਜੀ। ਨਹੀਂ ਦੇਖੋ, ਕਾਂਗਰਸ ਨੇ ਤਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਸੀ ਜੀ, ਤੇ ਸਾਰਿਆਂ ਨਾਲ ਇੱਕ ਤਬਦੀਲੀ ਦੀ ਗੱਲ ਕੀਤੀ ਸੀ, ਇੱਕ ਬਦਲ ਦੀ ਗੱਲ ਕੀਤੀ ਸੀ ਜੀ। ਪਰ ਜਦੋਂ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਹੁਣਾਂ ਨੂੰ ਹੀ ਮੁੱਖ ਮੰਤਰੀ ਬਣਾਤਾ, ਤੇ ਜਿਹੜੀ ਦੁਬਾਰਾ ਕੈਬਨਿਟ ਲੈ ਕੇ ਆਏ, ਲਗਭਗ ਉਸੇ ਤਰ੍ਹਾਂ ਦੇ ਮੰਤਰੀ ਵਾਪਸ ਲੈ ਆਂਦੇ, ਤੇ ਉਹਨਾਂ ਚੋਂ ਕਈ ਦਾਗੀ ਵੀ ਸੀ, ਉਹਨਾਂ ਤੇ ਸਵਾਲ ਵੀ ਖੜੇ ਹੋਏ, ਤੇ ਫਿਰ ਇਹ ਪਤਾ ਲੱਗਾ ਕਿ ਕਾਂਗਰਸ ਕੋਈ ਬਦਲ ਨਹੀਂ ਕਰ ਰਹੀ। ਤੇ ਲੋਕਾਂ ਨੇ ਹੋ ਸਕਦਾ ਉਹ ਜਿਹੜਾ ਬਦਲ ਆ ਉਹ ਆਮ ਆਦਮੀ ਪਾਰਟੀ 'ਚ ਦੇਖਿਆ ਹੋਵੇ। ਨਹੀਂ ਤਾਂ ਇਹ ਸੀ ਕਿਉਂਕਿ ਨਵਜੋਤ ਸਿੰਘ ਸਿੱਧੂ ਹੁਣੀ ਬਦਲ ਦੀ ਗੱਲ ਕਰਦੇ ਸੀ, ਪਰ ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਤਾਂ ਪਾਸੇ ਕਰ ਦਿੱਤਾ ਗਿਆ। ਕੋਸ਼ਿਸ਼ ਕੀਤੀ ਗਈ। ਅੱਜ ਵੀ ਤੁਸੀਂ ਦੇਖੋ, ਜਦੋਂ ਕੈਂਪੇਨ ਵੀ ਹੋ ਰਹੀ ਸੀ ਜਾਂ ਜਦੋਂ ਚੋਣ ਪ੍ਰਚਾਰ ਹੋ ਰਿਹਾ ਸੀ, ਜਾਂ ਤਾਂ ਨਵਜੋਤ ਸਿੰਘ ਸਿੱਧੂ ਖੁਦ ਨਹੀਂ ਗਏ, ਜਾਂ ਉਹਨਾਂ ਨੂੰ ਕਿਸੇ ਨੇ ਬੁਲਾਇਆ ਹੀ ਨਹੀਂ। ਜਿਸ ਤਰ੍ਹਾਂ ਦੀ ਤਰਜੀਹ ਉਹਨਾਂ ਨੂੰ ਮਿਲਣੀ ਚਾਹੀਦੀ ਸੀ, ਜਿਸ ਤਰ੍ਹਾਂ ਦੇ ਉਹ ਬੁਲਾ ਰਹੇ ਨੇ, ਵਧੀਆ ਓਰੇਟਰ ਨੇ, ਜਿਸ ਤਰ੍ਹਾਂ ਦਾ ਉਹ ਭਾਸ਼ਣ ਕਰਦੇ ਨੇ ਔਰ ਲੋਕਾਂ ਨੂੰ ਇੱਕ ਤਰ੍ਹਾਂ ਮੰਤਰ ਮੁਗਧ ਕਰ ਲੈਂਦੇ ਨੇ, ਉਹਨਾਂ ਦਾ ਤਾਂ ਕਿਸੇ ਤਰ੍ਹਾਂ ਦਾ ਇਸਤੇਮਾਲ ਹੀ ਨਹੀਂ ਹੋਇਆ। ਬਲਕਿ ਤੁਸੀਂ ਇਹ ਵੀ ਦੇਖੋ ਕਿ ਨਾ ਤਾਂ ਉਹਨਾਂ ਨੂੰ ਉੱਤਰ ਪ੍ਰਦੇਸ਼ ਦੇ ਵਿੱਚ, ਨਾ ਹੀ ਉਹਨਾਂ ਨੂੰ ਉੱਤਰਾਖੰਡ ਦੇ ਵਿੱਚ ਇਸਤੇਮਾਲ ਕੀਤਾ ਗਿਆ। ਉਹਨਾਂ ਨੂੰ ਉੱਥੇ ਸਟਾਰ ਪ੍ਰਚਾਰਕ ਨਹੀਂ ਬਣਾਇਆ ਗਿਆ। ਸੋ ਕਾਂਗਰਸ ਦੇ ਵਿੱਚ ਜਿਹੜਾ ਆਪਸ ਦੇ ਵਿੱਚ ਜਿਹੜੀ ਇੱਕ ਦੂਸਰੇ ਦੀ ਲੱਤ ਖਿੱਚ ਰਹੇ ਸੀ, ਜਿਹੜੀ ਖਿੱਚੋਤਾਣ ਚੱਲ ਰਹੀ ਸੀ, ਉਸ ਕਰਕੇ ਮੈਨੂੰ ਲੱਗਦਾ ਕਿ ਸ਼ਾਇਦ ਕਾਂਗਰਸ ਨੂੰ ਜ਼ਿਆਦਾ ਨੁਕਸਾਨ ਹੋਵੇ। ਹਾਲਾਂਕਿ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਆ, ਉਹਨਾਂ ਨੇ ਸਾਰੇ ਦੇ ਸਾਰੇ ਆਪਣੇ ਪੱਤੇ ਚਰਨਜੀਤ ਸਿੰਘ ਚੰਨੀ ਹੁਣਾਂ ਨੂੰ ਲੈ ਕੇ ਖੇਡੇ। ਉਹਨਾਂ ਨੂੰ ਲੱਗਦਾ ਸੀ ਕਿ ਜੇ ਅਸੀਂ ਪਿਛੜੇ ਵਰਗ ਦੇ ਕਿਸੇ ਮੁੱਖ ਮੰਤਰੀ ਨੂੰ ਲੈ ਆਵਾਂਗੇ, ਉਹੋ ਜਿਹਾ ਚਿਹਰਾ ਬਣਾ ਦਾਂਗੇ, ਤਾਂ ਸ਼ਾਇਦ ਇਸ ਦਾ ਫਾਇਦਾ ਸਾਡੀ ਪਾਰਟੀ ਨੂੰ ਹੋਵੇ ਜੀ। ਮਨਪ੍ਰੀਤ ਜੀ, ਮੈਂ ਇਸ ਗੱਲ ਨਾਲ ਕਦੇ ਵੀ ਇਤਫਾਕ ਨਹੀਂ ਰੱਖਦਾ। ਕਿਸੇ ਵੀ ਪੱਤਰਕਾਰ ਜਾਂ ਕਿਸੇ ਵੀ ਸਿਆਸੀ ਪਾਰਟੀ ਦੇ ਐਨਾਲਿਸਿਸ ਨਾਲ ਮੈਂ ਇਤਫਾਕ ਨਹੀਂ ਰੱਖਾਂਗਾ ਜਿਹਦੇ ਵਿੱਚ ਇਹ ਕਿਹਾ ਜਾਵੇਗਾ ਕਿ ਚਰਨਜੀਤ ਸਿੰਘ ਚੰਨੀ ਨੂੰ ਇਸ ਕਰਕੇ ਰੱਦ ਕਰ ਦਿੱਤਾ ਗਿਆ ਕਿਉਂਕਿ ਦਲ ਸੀ। ਮੇਰੇ ਖਿਆਲ ਦੇ ਮੁਤਾਬਕ ਜੇ ਕਾਂਗਰਸ ਦੀ ਹਾਰ ਹੁੰਦੀ ਹੈ ਤਾਂ ਪੰਜਾਬ ਦੇ ਜਿਹੜੇ ਵੋਟਰ ਆ ਉਹ ਇਸ ਕਰਕੇ ਕਾਂਗਰਸ ਨੂੰ ਰੱਦ ਕਰਨਗੇ ਕਿਉਂਕਿ ਉਹਨਾਂ ਨੂੰ ਕਾਂਗਰਸ ਦੇ ਵਿੱਚ ਨਵਾਂ ਕੁਝ ਨਹੀਂ ਲੱਗਿਆ। ਉਹ ਪੁਰਾਣੀ ਲੀਡਰਸ਼ਿਪ ਹੀ ਉਹਨਾਂ ਨੂੰ ਲੱਗੀ ਜਿਹੜੀ ਕਿ ਫੇਲ ਹੋ ਚੁੱਕੀ ਹੈ, ਜਿਹੜੀ ਉਹਨਾਂ ਦੀ ਆਸਾਂ ਤੇ ਖਰੀ ਨਹੀਂ ਉਤਰੀ। ਮੇਰੇ ਖਿਆਲ ਦੇ ਮੁਤਾਬਕ ਮੈਂ ਇਹਨੂੰ ਇਸ ਤਰ੍ਹਾਂ ਲਊਂਗਾ ਜੀ। ਨਹੀਂ, ਬਿਲਕੁਲ ਠੀਕ ਹੈ।
ਔਰ ਵੈਸੇ ਵੀ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਜਿਹੜੀਆਂ ਗੱਲਾਂ ਪਿਛਲੀ ਵਾਰੀ ਵੀ ਅਸੀਂ ਗੱਲ ਕੀਤੀ ਸੀ ਕਿ ਬੜੀ ਹੈਰਾਨੀ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਕੋਈ ਪਾਰਟੀ ਕਹਿੰਦੀ ਹੈ ਕਿ ਅਸੀਂ ਸਿੱਖ ਮੁੱਖ ਮੰਤਰੀ ਲੈ ਕੇ ਆਵਾਂਗੇ, ਕੋਈ ਕਹਿੰਦਾ ਹਾਂ। ਦਲਿਤ ਮੁੱਖ ਮੰਤਰੀ ਲੈ ਕੇ ਆਵਾਂਗੇ, ਜਾਂ ਕੋਈ ਹਿੰਦੂ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਦੀ ਗੱਲ ਕਰਦਾ। ਇਹ ਇਸ ਵਾਰੀ ਪੰਜਾਬ ਲਈ ਮੈਨੂੰ ਲੱਗਦਾ ਇਹ ਬੜੀ ਮਾੜੀ ਗੱਲ ਸੀ, ਇਸ ਤਰ੍ਹਾਂ ਦੀਆਂ ਪ੍ਰਥਾ ਜਾਂ ਇਸ ਤਰ੍ਹਾਂ ਦੀਆਂ ਪਿਰਤਾ ਪਾਉਣਾ। ਕਿਉਂਕਿ ਆਮ ਤੌਰ ਤੇ ਅਸੀਂ ਜਾਤ ਪਾਤ ਦੀ ਜਿਹੜੀ ਪੋਲਿਟਿਕਸ ਆ, ਹਾਲਾਂਕਿ ਇਹ ਨਹੀਂ ਹੈ ਕਿ ਪੰਜਾਬ 'ਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ, ਲੇਕਿਨ ਸਾਨੂੰ ਇਹ ਜ਼ਿਆਦਾਤਰ ਜਿਹੜੀਆਂ ਰਿਪੋਰਟ ਸੀ ਉਹ ਦੂਸਰੀਆਂ ਸਟੇਟ ਜਿਵੇਂ ਉੱਤਰ ਪ੍ਰਦੇਸ਼ ਆ, ਬਿਹਾਰ, ਉੱਥੋਂ ਜ਼ਿਆਦਾ ਆਉਂਦੀ ਸੀ। ਲੇਕਿਨ ਇਸ ਵਾਰੀ ਉੱਥੇ ਇਹੋ ਜਿਹਾ ਭਾਈਚਾਰਾ ਜ਼ਿਆਦਾ ਦੇਖਿਆ ਗਿਆ। ਔਰ ਇੱਥੇ ਜਿਹੜੀ ਕਾਂਗਰਸ ਸੀ ਉਹ ਇੱਕ ਇਸ ਤਰ੍ਹਾਂ ਦੇ ਮੁੱਖ ਮੰਤਰੀ ਨੂੰ ਲੈ ਕੇ ਆਉਂਦੇ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਪਿਛੜੇ ਵਰਗ ਤੋਂ ਨੇ, ਇੱਕ ਦਲਿਤ ਭਾਈਚਾਰੇ ਤੋਂ ਆ, ਤੇ ਜਿਹੜੀਆਂ 34 ਸੀਟਾਂ ਨੇ 117 ਦੇ ਵਿੱਚੋਂ ਸ਼ਾਇਦ ਇਹਨਾਂ ਨੂੰ ਉੱਥੇ ਸਾਨੂੰ ਜਿਹੜਾ ਉੱਥੇ ਜ਼ਿਆਦਾ ਫਾਇਦਾ ਮਿਲੇ, ਇਸ ਤਰ੍ਹਾਂ ਕਾਂਗਰਸ ਦੀ ਸੋਚ ਸੀ। ਉਹ ਹੁਣ ਫਾਇਦਾ ਮਿਲਿਆ ਨਹੀਂ ਮਿਲਿਆ ਉਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਬਿਲਕੁਲ, ਲੱਗੂਗਾ, ਇਹ ਲੇਕਿਨ 10 ਮਾਰਚ ਤੋਂ ਬਾਅਦ ਹੀ ਪਤਾ ਲੱਗੇਗਾ। ਸ਼੍ਰੋਮਣੀ ਅਕਾਲੀ ਦਲ ਨੂੰ ਬਹੁਜਨ ਸਮਾਜ ਪਾਰਟੀ ਨਾਲ ਜਿਹੜੀ ਸਾਂਝ ਆ ਸਿਆਸੀ, ਉਹ ਪਾਉਣ ਦਾ ਫਾਇਦਾ ਨਹੀਂ ਮਿਲੇਗਾ ਜਾਂ ਮਿਲੇਗਾ, ਇਹ 10 ਤਰੀਕ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਜੇ ਕੇਜਰੀਵਾਲ ਜੇ ਕਾਮਯਾਬ ਹੋ ਜਾਂਦੇ, ਜਾਂ ਆਮ ਆਦਮੀ ਪਾਰਟੀ ਸਰਕਾਰ ਬਣਾਉਣ 'ਚ ਕਾਮਯਾਬ ਹੋ ਜਾਂਦੀ ਹੈ, ਤਾਂ ਇਸ ਤੋਂ ਬਾਅਦ ਇੱਕ ਐਨਾਲਿਸਿਸ ਕਰਨਾ ਜ਼ਰੂਰ ਬਣਦਾ ਹੋਵੇਗਾ ਕਿ ਲੋਕਾਂ ਨੇ ਇਸ ਪਾਰਟੀ ਨੂੰ ਤਰਜੀਹ ਕਿਉਂ ਦਿੱਤੀ। ਕੀ ਅਜਮਾਉਣਾ ਚਾਹੁੰਦੇ ਆ ਸਿਰਫ ਇਸ ਕਰਕੇ, ਔਰ ਬਾਕੀ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਰੱਦ ਕਰ ਦਿੱਤੀਆਂ। ਜੇ ਰੱਦ ਕਰਕੇ ਸਿਰਫ ਅਜਮਾਉਣ ਲਈ ਕਿਸੇ ਪਾਰਟੀ ਨੂੰ ਉਹਨਾਂ ਨੇ ਅੱਗੇ ਲਿਆਂਦਾ ਆ, ਤਾਂ ਇਹ ਪੰਜਾਬ ਦਾ ਜਿਹੜਾ ਪ੍ਰਯੋਗ ਹੈ, ਇਹ ਮੇਰਾ ਖਿਆਲ ਹੈ ਵੀ ਇਹਦੇ ਤੇ ਬਹੁਤ ਖੁੱਲੇ ਦਿਲ ਨਾਲ ਗੱਲਬਾਤ ਹੋਣੀ ਚਾਹੀਦੀ ਹੈ। ਸੋ ਸਮਾਂ ਸਮਾਪਤ ਹੋ ਰਿਹਾ। ਮਨਪ੍ਰੀਤ ਜੀ, ਬਹੁਤ ਬਹੁਤ ਧੰਨਵਾਦ। ਧੰਨਵਾਦ ਮਨਦੀਪ ਜੀ।